ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅਸੀਂ ਇਸ ਲੈਕਚਰ ਵਿੱਚ ਅੱਜ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਾਂਗੇ। ਭਾਸ਼ਾ ਕੀ ਹੈ, ਭਾਸ਼ਾ ਦੀ ਪਰਿਭਾਸ਼ਾ, ਲੱਛਣ ਅਤੇ ਮਹੱਤਵ। ਇਸ ਤੋਂ ਇਲਾਵਾ ਭਾਸ਼ਾ ਖਾਸ ਕਰਕੇ ਪੰਜਾਬੀ ਭਾਸ਼ਾ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਜਿਹੜੇ ਪ੍ਰਭਾਵ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਭਾਸ਼ਾ ਸ਼ਬਦ ਦੀ ਅਸੀਂ ਬਣਾਵਟ ਦੇਖੀਏ ਤਾਂ ਇਸ ਦੀ ਬਣਾਵਟ ਸੰਸਕ੍ਰਿਤ ਦੇ ਸ਼ਬਦ ਭਾਖਿਆ ਜਾਂ ਭਾਖਾ ਤੋਂ ਪੰਜਾਬੀ ਵਿੱਚ ਆਈ ਹੈ ਅਤੇ ਸੰਸਕ੍ਰਿਤ ਭਾਸ਼ਾ ਜੋ ਹੈ ਉਹ ਲਗਭਗ ਸਾਰੀਆਂ ਹੀ ਭਾਸ਼ਾਵਾਂ ਦਾ ਜਿਹੜੀ ਆਰੀਆ ਭਾਸ਼ਾਵਾਂ ਦੀ ਉਹ ਜਨਮ ਦਾਤਾ ਮੰਨੀ ਜਾਂਦੀ ਹੈ। ਅਤੇ ਭਾਸ਼ਾ ਸ਼ਬਦ ਜਿਹੜਾ ਹੈ ਅਸਿੱਧੇ ਤੌਰ 'ਤੇ ਪੰਜਾਬੀ ਵਿੱਚ ਆ ਕੇ ਭਾਸ਼ ਸ਼ਬਦ ਤੋਂ ਬਣਿਆ ਹੈ, ਯਾਨੀ ਭਾਸ਼ ਧਾਤੂ ਤੋਂ ਬਣਿਆ ਹੈ, ਜਿਹਦਾ ਅਰਥ ਹੈ ਬੋਲਣਾ। ਇਸੇ ਤਰ੍ਹਾਂ ਹੀ ਉਰਦੂ ਵਾਲੇ ਜਾਂ ਫਾਰਸੀ ਵਾਲੇ ਭਾਸ਼ਾ ਲਈ ਜਿਹੜਾ ਸ਼ਬਦ ਇਸਤੇਮਾਲ ਕਰਦੇ ਨੇ ਉਹ ਕਰਦੇ ਨੇ ਜ਼ੁਬਾਨ, ਵੀ ਉਰਦੂ ਜ਼ੁਬਾਨ ਬੜੀ ਮਿੱਠੀ ਹੈ। ਇਸ ਤਰ੍ਹਾਂ ਉਸ ਦੇ ਵਿੱਚ ਜ਼ੁਬਾਨ ਸ਼ਬਦ ਇਸਤੇਮਾਲ ਕਰਦੇ ਨੇ ਔਰ ਟੰਗ ਸ਼ਬਦ ਇਸਤੇਮਾਲ ਕਰਦੇ ਨੇ ਇੰਗਲਿਸ਼ ਦੇ ਵਿੱਚ। ਅਤੇ ਕਿਉਂਕਿ ਇਹ ਸਾਰੀਆਂ ਜਿਹੜੇ ਸਾਰੇ ਸ਼ਬਦ ਨੇ ਇਹਨਾਂ ਦਾ ਅਰਥ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜੀਭ ਜਿਹੜੀ ਹੈ ਉਸ ਦੇ ਨਾਲ ਬਣਦਾ ਹੈ ਅਤੇ ਅਸੀਂ ਜੀਭ ਤੋਂ ਸ਼ਬਦ ਜਿਹੜੇ ਨੇ ਉਚਾਰਦੇ ਹਾਂ, ਯਾਨੀ ਕਿ ਸਾਡੇ ਜੀਭ ਦੁਆਰਾ ਬੋਲੀਆਂ ਗਈਆਂ ਸਾਰਥਕ ਧੁਨੀਆਂ ਜਿਨ੍ਹਾਂ ਦਾ ਕੋਈ ਮਤਲਬ ਨਿਕਲਦਾ ਹੈ ਉਹ ਭਾਸ਼ਾ ਅਖਵਾਉਂਦੀ ਹੈ। ਭਾਸ਼ਾ ਅਤੇ ਸਮਾਜ ਆਪਸ ਵਿੱਚ ਇਸ ਤਰ੍ਹਾਂ ਗਲਗੱਡ ਨੇ ਕਿ ਉਹਨਾਂ ਵਿੱਚ ਨਿਖੇੜ ਕਰਨਾ ਬੜਾ ਮੁਸ਼ਕਲ ਅਤੇ ਕਠਿਨ ਕਾਰਜ ਹੈ। ਦੇਖਿਆ ਜਾਵੇ ਤਾਂ ਭਾਸ਼ਾ ਵੀ ਇੱਕ ਜਟਿਲ ਪ੍ਰਕਿਰਿਆ ਹੈ, ਸਿਸਟਮ ਹੈ ਇੱਕ ਤਰ੍ਹਾਂ ਦਾ। ਭਾਸ਼ਾ ਦਾ ਮੁੱਖ ਕੰਮ ਸੰਚਾਰ ਕਰਨਾ ਹੈ, ਯਾਨੀ ਕਿ ਅਸੀਂ ਜੋ ਸ਼ਬਦ ਬੋਲਦੇ ਹਾਂ ਜਾਂ ਸਾਡੇ ਵਿਚਾਰ ਅਸੀਂ ਜੋ ਸਾਂਝੇ ਕਰਦੇ ਹਾਂ ਉਹਦੇ ਵਿੱਚ ਇੱਕ ਬੋਲਣਾ ਅਤੇ ਦੂਜਾ ਸੁਣਨਾ, ਦੋ ਤਰ੍ਹਾਂ ਦਾ ਕੰਮ ਜਿਹੜਾ ਹੁੰਦਾ ਹੈ। ਅਤੇ ਇਹ ਕੰਮ ਜਿਹੜਾ ਹੈ ਸੰਚਾਰ ਰਾਹੀਂ ਹੁੰਦਾ ਹੈ। ਸਾਡੇ ਦੁਆਰਾ ਬੋਲੇ ਗਏ ਸ਼ਬਦਾਂ ਦਾ ਹਵਾ ਦੇ ਵਿੱਚ ਤਰੰਗਾਂ ਰਾਹੀਂ ਸੰਚਾਰ ਹੋ ਕੇ ਸਰੋਤੇ ਦੇ ਕੰਨਾਂ ਤੱਕ ਪਹੁੰਚਦਾ ਹੈ ਅਤੇ ਉਹ ਧੁਨੀਆਂ ਦਾ ਕੋਈ ਨਾ ਕੋਈ ਸਾਰਥਕ ਅਰਥ ਨਿਕਲਦਾ ਹੈ। ਇਸ ਕਰਕੇ ਉਹ ਭਾਸ਼ਾ ਦਾ ਰੂਪ ਅਖਵਾਉਂਦੀਆਂ ਹਨ। ਭਾਸ਼ਾ ਧੁਨਾਤਮਕ ਚਿੰਨ੍ਹਾਂ ਨਾਲ ਬਣਦੀ ਹੈ ਅਤੇ ਇੱਕ ਗੁੰਝਲਦਾਰ ਸਿਸਟਮ ਭਾਸ਼ਾ ਅਖਵਾਉਂਦਾ ਹੈ। ਪਸ਼ੂ ਭਾਸ਼ਾ ਅਤੇ ਮਨੁੱਖੀ ਭਾਸ਼ਾ ਵਿੱਚ ਵੀ ਫਰਕ ਆਪਾਂ ਕਰਾਂਗੇ। ਭਾਸ਼ਾ ਜਿਹੜੀ ਹੈ ਉਹ ਸਮਾਜ ਦੀ ਦਾਤ ਮੰਨੀ ਜਾਂਦੀ ਹੈ, ਪਰ ਭਾਸ਼ਾ ਅਤੇ ਸਮਾਜ ਇੱਕ ਦੂਜੇ 'ਤੇ ਆਧਾਰਿਤ ਹੋ ਕੇ ਵਿਕਾਸ ਕਰਦੇ ਨੇ। ਇਹ ਗੱਲ ਸਮਝ ਤੋਂ ਪਰੇ ਹੈ ਕਿ ਭਾਸ਼ਾ ਸਮਾਜ ਦੀ ਦਾਤ ਹੈ, ਕਿਉਂਕਿ ਜੇਕਰ ਭਾਸ਼ਾ ਨਹੀਂ ਹੋਵੇਗੀ ਤਾਂ ਸਮਾਜ ਵੀ ਵਿਕਾਸ ਨਹੀਂ ਕਰ ਸਕੇਗਾ। ਸਮਾਜ ਦੇ ਵਿੱਚ ਅੱਛੇ ਵਿਚਾਰ ਨਹੀਂ ਪੈਦਾ ਹੋਣਗੇ। ਅਗਰ ਅੱਛੇ ਵਿਚਾਰ ਨਹੀਂ ਪੈਦਾ ਹੋਣਗੇ ਤਾਂ ਸਮਾਜ ਵਿੱਚ ਅੱਛਾ ਸਾਹਿਤ ਨਹੀਂ ਰਚਿਆ ਜਾ ਸਕਦਾ। ਭਾਸ਼ਾ ਬਾਰੇ ਇੱਕ ਅਸੀਂ ਗੱਲ ਹੋਰ ਸਿੱਖ ਲਈਏ ਕਿ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਹ ਨਾ ਮੰਨਿਆ ਜਾਵੇ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ
ਹਿੰਦੀ ਹਿੰਦੂਆਂ ਦੀ ਭਾਸ਼ਾ ਹੈ ਅਤੇ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੈ। ਇਹ ਜਿਹੜਾ ਤੱਥ ਹੈ ਇਹ ਬਿਲਕੁਲ ਗਲਤ ਹੈ, ਕਿਉਂਕਿ ਵਿਦਿਆਰਥੀਓ ਜਿਹੜੀ ਭਾਸ਼ਾ ਹੈ ਉਹ ਹਮੇਸ਼ਾ ਹੀ ਖੇਤਰ ਨਾਲ ਖਿੱਤੇ ਨਾਲ ਸੰਬੰਧ ਰੱਖਦੀ ਹੈ। ਜਿਸ ਤਰ੍ਹਾਂ ਦਾ ਵਾਤਾਵਰਨ ਹੋਏਗਾ ਭਾਸ਼ਾ ਉਸ ਤਰ੍ਹਾਂ ਦੀ ਹੀ ਹੋਵੇਗੀ। ਪੰਜਾਬ ਵਿੱਚ ਰਹਿੰਦੇ ਹਿੰਦੂ ਅਤੇ ਮੁਸਲਮਾਨ ਸਾਹਿਤਕਾਰਾਂ ਨੇ ਵੀ ਪੰਜਾਬੀ ਭਾਸ਼ਾ ਦੀ ਝੋਲੀ ਭਰੀ ਹੈ। ਅੱਛੀਆਂ ਸਾਹਿਤਕ ਕਿਰਤਾਂ ਪੰਜਾਬੀ ਮਾਂ ਦੀ ਝੋਲੀ ਪਾਈਆਂ ਹਨ, ਇਸ ਤੋਂ ਕੋਈ ਓਹਲਾ ਨਹੀਂ ਹੈ। ਹੁਣ ਅਸੀਂ ਭਾਸ਼ਾ ਦੀ ਪਰਿਭਾਸ਼ਾ ਦੀ ਗੱਲ ਕਰਾਂਗੇ। ਮੁੱਖ ਤੌਰ 'ਤੇ ਸਾਨੂੰ ਕਿਤਾਬਾਂ ਵਿੱਚ ਇਹ ਪਰਿਭਾਸ਼ਾ ਮਿਲ ਜਾਂਦੀ ਹੈ ਅਤੇ ਮੈਂ ਵੀ ਪਿੱਛੇ ਇਸ ਦਾ ਜ਼ਿਕਰ ਕਰ ਦਿੱਤਾ ਹੈ ਕਿ ਜਿਹੜੀ ਭਾਸ਼ਾ ਹੈ ਇਹ ਸਮਾਜ ਦੀ ਦਾਤ ਹੈ। ਪਰ ਇੱਥੇ ਇੱਕ ਗੱਲ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਭਾਸ਼ਾ ਸਮਾਜ ਦੀ ਦਾਤ ਨਹੀਂ ਹੈ। ਮੇਰੇ ਮਤਲਬ ਦੇ ਵਿੱਚ ਭਾਸ਼ਾ ਦੀ ਇੱਕ ਇਹ ਪਰਿਭਾਸ਼ਾ ਵੀ ਹੋਣੀ ਚਾਹੀਦੀ ਹੈ ਕਿ ਭਾਸ਼ਾ ਕੁਦਰਤ ਦੀ ਦਾਤ ਹੈ, ਪਰ ਇਸ ਦਾ ਵਿਕਾਸ ਜ਼ਰੂਰ ਸਮਾਜ ਰਾਹੀਂ ਹੋਇਆ ਹੋਵੇਗਾ। ਅਤੇ ਕੁਝ ਮਹੱਤਵਪੂਰਨ ਪਰਿਭਾਸ਼ਾਵਾਂ। ਆਮ ਮਨੁੱਖ ਦੇ ਖਿਆਲ ਵਿੱਚ ਭਾਸ਼ਾ ਉਹ ਵਰਤਾਰਾ ਹੈ ਜਿਸ ਨੂੰ ਉਹ ਅਚੇਤ ਤੌਰ 'ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਨ ਸਮੇਂ ਪ੍ਰਯੋਗ ਕਰਦਾ ਹੈ। ਕਾਰਾਂ ਦੀ ਦ੍ਰਿਸ਼ਟੀ ਵਿੱਚ ਭਾਸ਼ਾ ਦੀ ਬੁਨਿਆਦੀ ਸ਼ਕਲ ਵਿਆਕਰਨਿਕ ਰੂਪਾਂ, ਧਾਤੂਆਂ, ਅਗੇਤਰਾਂ, ਪਿਛੇਤਰਾਂ ਦੀ ਲੜੀ ਹੈ। ਇੱਕ ਮਨੋਵਿਗਿਆਨੀ ਭਾਸ਼ਾ ਨੂੰ ਮਾਨਸਿਕ ਭਾਵਾਂ ਦੀ ਪੋਸ਼ਾਕ ਸਮਝਦਾ ਹੈ ਅਤੇ ਸਾਹਿਤਕ ਦ੍ਰਿਸ਼ਟੀ ਵਿੱਚ ਭਾਸ਼ਾ ਉਹਨਾਂ ਸ਼ਬਦਾਂ ਦੀ ਲੜੀ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਤਰਤੀਬਿਆ ਗਿਆ ਹੁੰਦਾ ਹੈ ਕਿ ਉਹ ਕੋਈ ਮਨਚਿੱਤ ਲੱਗਦਾ ਬੱਝਵਾਂ ਪ੍ਰਭਾਵ ਅਤੇ ਅਰਥ ਪੈਦਾ ਕਰਦੇ ਹੋਣ। ਕੁੱਲ ਮਿਲਾ ਕੇ ਜਟਕੀ ਅਤੇ ਦੇਸੀ ਭਾਸ਼ਾ ਵਿੱਚ ਮੈਂ ਕਹਾਂ ਅਤੇ ਉਚਾਰਨ ਅੰਗਾਂ ਨਾਲ ਉਚਾਰਨਯੋਗ ਮਨਮਰਜ਼ੀ ਦੇ ਧੁਨਿਆਤਮਕ ਸ਼ਬਦ ਜਿਹੜੇ ਸਾਰਥਕ ਹੋਣ ਅਤੇ ਜਿਨ੍ਹਾਂ ਦੁਆਰਾ ਸਮਾਜ ਦੇ ਲੋਕ ਆਪਣੇ ਭਾਵਾਂ ਅਤੇ ਵਿਚਾਰਾਂ ਦਾ ਲੈਣ ਦੇਣ ਕਰਦੇ ਹੋਣ, ਉਹ ਭਾਸ਼ਾ ਦੀ ਪਰਿਭਾਸ਼ਾ ਸਿਰਲੇਖ ਹੇਠ ਆਉਂਦੇ ਹਨ। ਭਾਸ਼ਾ ਦੇ ਲੱਛਣ। ਭਾਸ਼ਾ ਦੇ ਲੱਛਣ ਕੀ ਹੋ ਸਕਦੇ ਹਨ ਕਿ ਭਾਸ਼ਾ ਦਾ ਮੁੱਖ ਪ੍ਰਯੋਜਨ ਬੁਲਾਰੇ ਦੀ ਮਨਸ਼ਾ ਨੂੰ ਸਰੋਤੇ ਤੱਕ ਪਹੁੰਚਾਉਣਾ ਹੁੰਦਾ ਹੈ। ਭਾਸ਼ਾ ਮਨੁੱਖ ਅਤੇ ਸਮਾਜ ਸੱਭਿਆਚਾਰਕ ਵਿਰਸੇ ਦੀ ਪੈਦਾਵਾਰ ਹੁੰਦੀ ਹੈ। ਹਰ ਭਾਸ਼ਾ ਦਾ ਆਪਣਾ ਸੁਤੰਤਰ ਪ੍ਰਬੰਧ ਹੁੰਦਾ ਹੈ ਜਿਹੜਾ ਕਿ ਭਾਸ਼ਾ ਨਾਲ ਸੰਬੰਧਿਤ ਸਮਾਜ ਦੀ ਲੋੜ ਅਤੇ ਪ੍ਰਵਾਨਗੀ ਉਪਰੰਤ ਹੋਂਦ ਵਿੱਚ ਆਉਂਦਾ ਹੈ। ਸਮਾਜਿਕ ਬਣਤਰ ਅਨੁਸਾਰ ਭਾਸ਼ਾ ਵਿੱਚ ਵੀ ਵੰਨ ਸੁਵੰਨਤਾ ਹੁੰਦੀ ਹੈ। ਭਾਸ਼ਾ ਨੂੰ ਬਾਕੀ ਸਮਾਜਿਕ ਵਿਵਹਾਰਾਂ ਵਾਂਗ ਗ੍ਰਹਿਣ ਕਰਨਾ ਪੈਂਦਾ ਹੈ। ਭਾਸ਼ਾ ਦਾ ਮਹੱਤਵ। ਭਾਸ਼ਾ ਦਾ ਮਨੁੱਖੀ ਪ੍ਰਜਾਤੀ ਲਈ ਅਤੇ ਸਮਾਜ ਲਈ ਬਹੁਤ ਹੀ ਮਹੱਤਵ ਹੈ। ਭਾਸ਼ਾ ਮਨੁੱਖ ਦੇ ਸੱਭਿਆਚਾਰ ਵਿਰਸੇ ਦਾ ਮੁਹਾਫਜ਼ਖਾਨਾ ਹੁੰਦੀ ਹੈ, ਯਾਨੀ ਕਿ ਜ਼ਖੀਰਾ ਹੁੰਦੀ ਹੈ। ਭਾਸ਼ਾ ਸੰਚਾਰ ਦਾ ਇੱਕ ਯੋਗ ਅਤੇ ਸ਼ਕਤੀਸ਼ਾਲੀ ਮਾਧਿਅਮ ਹੈ। ਮਨੁੱਖੀ ਸਮਾਜ ਦੀ ਪਹਿਚਾਣ ਉਸ ਦਾ ਸੱਭਿਆਚਾਰ ਹੁੰਦਾ ਹੈ ਅਤੇ ਭਾਸ਼ਾ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਤੱਤ ਵੀ ਹੈ ਅਤੇ ਉਹਦੇ ਸੰਚਾਰ, ਪ੍ਰਸਾਰ, ਵਿਕਾਸ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ। ਮਨੁੱਖੀ ਗਿਆਨ ਵਿਗਿਆਨ ਅਤੇ ਅਨੁਭਵ ਦੀ ਸੰਭਾਲ ਅਤੇ ਉਸ ਦਾ ਆਦਾਨ ਪ੍ਰਦਾਨ ਭਾਸ਼ਾ ਰਾਹੀਂ ਹੀ ਸੰਭਵ ਹੁੰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਭਾਸ਼ਾ ਸੰਚਾਰ ਦਾ ਮਾਧਿਅਮ ਹੈ। ਭਾਸ਼ਾ ਅਤੇ ਸੰਚਾਰ ਦੇ ਮਾਧਿਅਮ ਵਿੱਚ
ਆਪਸ ਵਿੱਚ ਕੀ ਸੰਬੰਧ ਹਨ, ਅਸੀਂ ਉਹਨਾਂ ਦੇ ਭੇਦ ਦੇਖਦੇ ਹਾਂ ਕਿ ਭਾਸ਼ਾ ਸੰਚਾਰ ਦੀ ਲਾਜ਼ਮੀ ਸ਼ਰਤ ਹੈ ਤੇ ਇਹੀ ਭਾਸ਼ਾ ਦੀ ਵਿਸ਼ੇਸ਼ਤਾ ਵੀ ਹੈ। ਭਾਸ਼ਾ ਦੇ ਦੋ ਮੁੱਖ ਰੂਪ ਮੰਨ ਲਓ ਜਾਂ ਤੱਤ ਮੰਨ ਲਓ ਜਾਂ ਲੱਛਣ ਮੰਨ ਲਓ, ਇਹ ਹਨ ਕਿ ਭਾਸ਼ਾ ਲਿਖਿਤ ਤੇ ਮੌਖਿਕ ਦੋ ਰੂਪਾਂ ਵਿੱਚ ਸੰਚਾਰ ਕਰਦੀ ਹੈ। ਦੋਵੇਂ ਰੂਪ ਭਾਸ਼ਾ ਦਾ ਸੰਚਾਰ ਬੜੇ ਅੱਛੇ ਸਰਵਸ਼੍ਰੇਸ਼ਟ ਤਰੀਕੇ ਨਾਲ ਕਰਦੇ ਹਨ, ਪਰ ਭਾਸ਼ਾ ਦਾ ਜਿਹੜਾ ਮੌਖਿਕ ਰੂਪ ਹੈ ਉਹ ਲਿਖਤ ਨਾਲੋਂ ਜ਼ਿਆਦਾ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ। ਕਿਉਂਕਿ ਤੁਸੀਂ ਦੇਖਿਆ ਹੀ ਹੋਵੇਗਾ ਕਿ ਆਪਣੇ ਘਰਾਂ ਵਿੱਚ ਛੋਟੇ ਬੱਚੇ ਜਿਹੜੇ ਹਨ ਉਹ ਭਾਸ਼ਾ ਨੂੰ ਬੋਲਣਾ ਸਿੱਖ ਲੈਂਦੇ ਹਨ, ਚੰਗੀ ਤਰ੍ਹਾਂ ਬੋਲਣਾ ਸਿੱਖ ਲੈਂਦੇ ਹਨ, ਪਰ ਭਾਸ਼ਾ ਦਾ ਲਿਖਤ ਰੂਪ ਤੇ ਭਾਸ਼ਾ ਦੇ ਵਿਆਕਰਨਿਕ ਨਿਯਮ ਜਿਹੜੇ ਹਨ ਉਹ ਬਹੁਤ ਹੀ ਬਾਅਦ ਵਿੱਚ ਸਿੱਖਦੇ ਹਨ। ਯਾਨੀ ਕਿ ਭਾਸ਼ਾ ਦਾ ਜਿਹੜਾ ਬੋਲ ਰੂਪ ਹੈ ਉਹ ਵਾਲਾ ਜ਼ਿਆਦਾ ਸ੍ਰੇਸ਼ਟ ਹੈ ਲਿਖਤ ਨਾਲੋਂ, ਪਰ ਲਿਖਤ ਤੇ ਮੌਖਿਕ ਦੋਨਾਂ ਦਾ ਆਪਣਾ ਆਪਣਾ ਵੀ ਇੱਕ ਰੁਤਬਾ ਕਾਇਮ ਹੈ। ਅਤੇ ਇਹ ਵੀ ਜ਼ਰੂਰੀ ਨਹੀਂ ਕਿ ਭਾਸ਼ਾ ਨੂੰ ਬੋਲ ਕੇ ਜਾਂ ਲਿਖ ਕੇ ਹੀ ਪ੍ਰਗਟ ਕੀਤਾ ਜਾਂਦਾ ਹੈ। ਪਹਿਲਾਂ ਜਦ ਭਾਸ਼ਾ ਨੇ ਪੂਰਾ ਵਿਕਾਸ ਨਹੀਂ ਕੀਤਾ ਸੀ ਤਾਂ ਇਸ਼ਾਰਿਆਂ ਨਾਲ ਵੀ ਇੱਕ ਦੂਜੇ ਨੂੰ ਗੱਲਾਂ ਸਮਝਾਈਆਂ ਜਾਂਦੀਆਂ ਸਨ, ਜਿਵੇਂ ਕਿ ਗੂੰਗੇ ਬੋਲਿਆਂ ਦੀ ਵਰਣਮਾਲਾ, ਫੌਜੀ ਕੋਡ, ਸੰਕੇਤ, ਰੰਗਾਂ ਦੀ ਭਾਸ਼ਾ, ਸਾਰੇ ਦੇ ਸਾਰੇ ਤੱਤ ਸੰਚਾਰ ਦੇ ਮਾਧਿਅਮ ਤਾਂ ਹਨ, ਪਰ ਭਾਸ਼ਾ ਇਹਨਾਂ ਸਾਰਿਆਂ ਵਿੱਚੋਂ ਵਧੇਰੇ ਸਾਰਥਕ ਮੰਨੀ ਜਾਂਦੀ ਹੈ। ਭਾਸ਼ਾ ਧੁਨੀਆਂ ਰਾਹੀਂ ਕਲਪਨਾਵਾਂ, ਸੰਦੇਵਨਾਵਾਂ, ਸੂਖਮ, ਸਥੂਲ ਹਰ ਤਰ੍ਹਾਂ ਦੇ ਵਰਤਾਰਿਆਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਾਉਣ ਦੇ ਯੋਗ ਹੁੰਦੀ ਹੈ। ਆਮ ਤੌਰ 'ਤੇ ਭਾਸ਼ਾ ਦੇ ਸੰਚਾਰ ਨਾਲ ਤਿੰਨ ਹੀ ਚੀਜ਼ਾਂ ਅਸੀਂ ਕਹਿ ਦਿੰਦੇ ਹਾਂ ਕਿ ਸੰਬੰਧ ਰੱਖਦੀਆਂ ਨੇ। ਇੱਕ ਬੋਲਣਾ, ਫਿਰ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸੰਚਾਰ ਕਰਨਾ, ਫਿਰ ਸੁਣਨਾ। ਪਰ ਅਸੀਂ ਅਗਰ ਸਿਧਾਂਤਕ ਤੌਰ 'ਤੇ ਗੱਲ ਕਰੀਏ ਤਾਂ ਇਹ 6 ਤਰ੍ਹਾਂ ਦੇ ਹੋ ਸਕਦੇ ਨੇ। ਉਹ 6 ਸੰਚਾਰ ਦੇ ਤੱਤ ਕਿਹੜੇ-ਕਿਹੜੇ ਹਨ? ਵਕਤਾ, ਕਿ ਅਭਿਵਿਅਕਤੀ ਮੂਲਕ ਕਿਰਿਆ ਨਾਲ ਸੰਬੰਧ ਰੱਖਦਾ ਹੈ, ਯਾਨੀ ਕਿ ਬੋਲਣ ਵਾਲਾ। ਸਰੋਤਾ, ਗ੍ਰਹਿਣ ਕਰਨ ਦੀ ਕਿਰਿਆ ਨਾਲ ਸੰਬੰਧ ਰੱਖਦਾ ਹੈ, ਯਾਨੀ ਕਿ ਜਿਹੜਾ ਵਕਤੇ ਦੇ ਵਿਚਾਰਾਂ ਨੂੰ ਸੁਣਦਾ ਹੈ। ਸੰਪਰਕ, ਵਕਤਾ ਅਤੇ ਸਰੋਤਾ ਨੂੰ ਇੱਕ ਦੂਜੇ ਨਾਲ ਜੋੜਦਾ ਹੈ। ਪ੍ਰਸੰਗ, ਸੰਦੇਸ਼ ਦਾ ਰੂਪ ਨਿਰਧਾਰਤ ਕਰਦਾ ਹੈ, ਯਾਨੀ ਕਿ ਵਕਤਾ ਜੋ ਵਿਚਾਰ ਸਾਂਝੇ ਕਰ ਰਿਹਾ ਹੈ ਉਸ ਸੰਦੇਸ਼ ਦਾ ਸਰੂਪ ਕੀ ਹੈ, ਉਹ ਪ੍ਰਸੰਗ ਹੇਠ ਆਉਂਦਾ ਹੈ। ਕੋਡ, ਯਾਨੀ ਕਿ ਸ਼ੈਲੀ, ਪ੍ਰਗਟਾ ਪੈਟਰਨ ਨਾਲ ਸੰਬੰਧ ਰੱਖਦਾ ਹੈ। ਅਤੇ ਸੰਦੇਸ਼ ਸੰਚਾਰ ਦੀ ਸਾਰਥਕਤਾ ਨਾਲ ਸੰਬੰਧ ਰੱਖਦਾ ਹੈ, ਯਾਨੀ ਕਿ ਵਕਤਾ ਨੇ ਜੋ ਵਿਚਾਰ ਸਾਂਝੇ ਕੀਤੇ ਹਨ ਉਹ ਕਿੰਨੇ ਕੁ ਸਾਰਥਕ ਤੇ ਸਪਸ਼ਟ ਹਨ, ਉਹ ਉਸ ਵਿਚਲਾ ਸੰਦੇਸ਼ ਹੀ ਪ੍ਰਗਟ ਕਰਦਾ ਹੈ। ਇਸੇ ਦਾ ਹੀ ਜਿਹੜਾ ਅਗਲਾ ਭਾਗ ਹੈ, ਪੰਜਾਬੀ ਉੱਤੇ ਦੂਜੀਆਂ ਭਾਸ਼ਾਵਾਂ ਦੇ ਪ੍ਰਭਾਵ, ਚਾਹੇ ਉਹ ਦੇਸੀ ਭਾਸ਼ਾਵਾਂ ਹੋਣ ਚਾਹੇ ਵਿਦੇਸ਼ੀ ਭਾਸ਼ਾਵਾਂ ਹੋਣ। ਜਿਸ ਤਰ੍ਹਾਂ ਕੋਈ ਦਰਿਆ ਆਪਣੇ ਵਹਿਣ ਦੇ ਵਿੱਚ ਵਗਦਾ ਹੈ ਅਤੇ ਉਸ ਦੇ ਆਲੇ ਦੁਆਲੇ ਦੀਆਂ ਚੀਜ਼ਾਂ ਉਹ ਆਪਣੇ ਵਿੱਚ ਸਮਾ ਲੈਂਦਾ ਹੈ, ਠੀਕ ਉਸੇ ਤਰ੍ਹਾਂ ਹੀ ਭਾਸ਼ਾ ਕਿਸੇ ਦਰਿਆ ਵਾਂਗ ਵਗਦੀ ਹੈ, ਜਿਹੜੀ ਕਿ ਨਿਰੰਤਰ ਪਰਿਵਰਤਨਸ਼ੀਲ ਅਤੇ ਵਿਕਾਸਸ਼ੀਲ ਹੁੰਦੀ ਹੈ। ਇਹ ਆਪਣੇ ਆਲੇ ਦੁਆਲੇ ਦੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਸ਼ਬਦ ਸਿੱਧੇ ਅਤੇ ਅਸਿੱਧੇ ਤੌਰ 'ਤੇ ਆਪਣੇ ਵਿੱਚ ਸਮੋ ਲੈਂਦੀ ਹੈ। ਠੀਕ
ਸਾਡੇ ਪੰਜਾਬੀ ਸੱਭਿਆਚਾਰ ਦਾ ਜਿਹੜਾ ਚਰਿੱਤਰ ਹੈ ਉਹ ਮਿਲਣਸਾਰ ਹੈ। ਸਿਰਫ ਪੰਜਾਬੀ ਸੱਭਿਆਚਾਰ ਹੀ ਨਹੀਂ, ਪੰਜਾਬੀ ਲੋਕ ਵੀ ਬਹੁਤ ਮਿਲਣਸਾਰ ਹਨ ਅਤੇ ਠੀਕ ਉਸੇ ਤਰ੍ਹਾਂ ਪੰਜਾਬੀ ਭਾਸ਼ਾ ਵੀ ਬਹੁਤ ਮਿਲਣਸਾਰ ਹੈ। ਉਸ ਨੇ ਆਪਣੇ ਉੱਪਰ ਕਈ ਭਾਸ਼ਾਵਾਂ ਨੂੰ ਹੰਢਾਇਆ ਹੈ ਅਤੇ ਉਹਨਾਂ ਦਾ ਪ੍ਰਭਾਵ ਕਬੂਲਿਆ ਹੈ। ਕਿਸ ਤਰ੍ਹਾਂ ਕੋਈ ਭਾਸ਼ਾ ਆਪਣੀ ਦੂਸਰੀ ਭਾਸ਼ਾ ਉੱਤੇ ਪ੍ਰਭਾਵ ਛੱਡਦੀ ਹੈ, ਉਸ ਦੇ ਮੁੱਖ 4 ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ ਕਿ ਜਦੋਂ ਕੋਈ ਭਾਸ਼ਾ ਆਪਣਾ ਨਵਾਂ ਰੂਪ ਅਖਤਿਆਰ ਕਰਦੀ ਹੈ ਅਤੇ ਉਸ ਦਾ ਸ਼ਬਦ ਭੰਡਾਰ ਪੂਰਾ ਨਹੀਂ ਹੁੰਦਾ ਅਤੇ ਉਹ ਕਈ ਸ਼ਬਦ ਜਿਹੜੇ ਹੈ ਉਹ ਆਪਣੀਆਂ ਮੂਲ ਭਾਸ਼ਾਵਾਂ ਤੋਂ ਲੈਂਦੀਆਂ ਹਨ। ਠੀਕ ਉਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਨੇ ਆਪਣੀ ਜਨਨੀ ਸੰਸਕ੍ਰਿਤ ਤੋਂ ਬਹੁਤੇ ਸ਼ਬਦ ਲਏ ਹਨ। ਠੀਕ ਉਸੇ ਤਰ੍ਹਾਂ ਅੰਗਰੇਜ਼ੀ ਨੇ ਆਪਣੀ ਮੂਲ ਭਾਸ਼ਾ ਲਾਤੀਨੀ ਅਤੇ ਯੂਨਾਨੀ ਤੋਂ ਸ਼ਬਦ ਲੈ ਕੇ ਇਹ ਕਮੀ ਪੂਰੀ ਕੀਤੀ ਹੈ। ਜਿਵੇਂ ਕਿ ਪਿਛਲੇ ਲੈਕਚਰ ਵਿੱਚ ਵੀ ਦੱਸਿਆ ਗਿਆ ਕਿ ਜਿੰਨੇ ਵੀ ਹਮਲਾਵਰ ਸਨ, ਹਿੰਦੁਸਤਾਨ 'ਤੇ ਹਮਲਾ ਕਰਨ ਤੋਂ ਪਹਿਲਾਂ ਉਹ ਪੰਜਾਬ 'ਤੇ ਹਮਲਾ ਕਰਦੇ ਹੋਏ ਦਿੱਲੀ ਤੱਕ ਜਾਂਦੇ ਸਨ। ਸ਼ਾਸਕਾਂ ਦੀ ਜਿਹੜੀ ਭਾਸ਼ਾ ਹੈ ਉਹ ਪ੍ਰਜਾ ਦੀ ਭਾਸ਼ਾ ਬਣ ਜਾਣੀ ਸੁਭਾਵਕ, ਪਰ ਪ੍ਰਜਾ ਉਸ ਭਾਸ਼ਾ ਨੂੰ, ਉਸ ਬੋਲੀ ਨੂੰ ਨਹੀਂ ਅਪਣਾਉਂਦੀ। ਫਿਰ ਵੀ ਖੇਤਰੀ ਭਾਸ਼ਾਵਾਂ 'ਤੇ ਸ਼ਾਸਕਾਂ ਦੀਆਂ ਭਾਸ਼ਾਵਾਂ ਦਾ ਫਰਕ ਪ੍ਰਭਾਵ ਪੈਂਦਾ ਹੈ। ਉਸੇ ਤਰ੍ਹਾਂ ਹੀ ਮੁਗਲ ਰਾਜ ਅਤੇ ਤੁਰਕ ਰਾਜ ਨੇ ਪੰਜਾਬ ਦੀਆਂ ਖੇਤਰੀ ਬੋਲੀਆਂ ਨੂੰ ਫਾਰਸੀ, ਤੁਰਕੀ ਅਤੇ ਅਰਬੀ ਸ਼ਬਦਾਂ ਨਾਲ ਮਾਲੋ ਮਾਲ ਕਰ ਦਿੱਤਾ ਅਤੇ ਜਦ ਅੰਗਰੇਜ਼ੀ ਰਾਜ ਕਾਇਮ ਹੋਇਆ ਤਾਂ ਪੰਜਾਬੀ ਨੇ ਅੰਗਰੇਜ਼ੀ ਦੇ ਸ਼ਬਦਾਂ ਦਾ ਵੀ ਮਿੱਠਾ ਸਵਾਗਤ ਕੀਤਾ। ਤੀਸਰਾ ਕਾਰਨ ਧਰਮ ਪ੍ਰਚਾਰ ਦਾ ਹੁੰਦਾ ਹੈ। ਜਦੋਂ ਕਿਸੇ ਧਰਮ ਦਾ ਪ੍ਰਚਾਰ ਹੋਵੇ ਅਤੇ ਉਸ ਦੀ ਬੋਲੀ ਵੀ ਖੇਤਰੀਆਂ ਬੋਲੀਆਂ 'ਤੇ ਪ੍ਰਭਾਵ ਪਾਉਂਦੀ ਹੈ। ਬੁੱਧ ਧਰਮ ਦੇ ਪ੍ਰਚਾਰ ਨਾਲ ਪਾਲੀ, ਹਿੰਦੂ ਧਰਮ ਦੇ ਪ੍ਰਚਾਰ ਨਾਲ ਸੰਸਕ੍ਰਿਤ, ਇਸਲਾਮ ਧਰਮ ਦੇ ਪ੍ਰਚਾਰ ਨਾਲ ਅਰਬੀ ਅਤੇ ਈਸਾਈ ਧਰਮ ਦੇ ਪ੍ਰਚਾਰ ਨਾਲ ਅੰਗਰੇਜ਼ੀ ਭਾਸ਼ਾਵਾਂ ਦਾ ਖੇਤਰੀ ਭਾਸ਼ਾਵਾਂ 'ਤੇ ਬੋਲਬਾਲਾ ਰਿਹਾ ਅਤੇ ਕਈ ਪ੍ਰਭਾਵ ਪਏ। ਇਸ ਤੋਂ ਲਹਿਦਾ ਚੌਥਾ ਕਾਰਨ ਜਿਹੜਾ ਬਣਦਾ ਹੈ ਉਹ ਵਪਾਰੀ ਅਤੇ ਵਿਗਿਆਨੀ ਜਾਂ ਸੈਲਾਨੀ ਜਿਹੜੇ ਘੁੰਮਣ ਫਿਰਨ ਆਉਂਦੇ ਹਨ, ਉਹ ਭਾਸ਼ਾਵਾਂ ਉੱਤੇ ਪ੍ਰਭਾਵ ਪਾਉਂਦੇ ਹਨ। ਜਿਵੇਂ ਅਮਰੀਕਾ ਤੋਂ ਤੰਬਾਕੂ, ਮਲਾਇਆ ਤੋਂ ਸਾਗੂਦਾਣਾ ਅਤੇ ਆਸਟ੍ਰੇਲੀਆ ਤੋਂ ਯੂਮ ਰੰਗ ਇਸੇ ਤਰ੍ਹਾਂ ਆਏ ਹਨ ਅਤੇ ਵਿਗਿਆਨੀਆਂ ਦੀਆਂ ਕਾਢਾਂ ਰੇਡੀਓ, ਮੋਟਰ, ਇੰਜਨ, ਟੈਲੀਵਿਜ਼ਨ, ਰੇਲ, ਟਰੈਕਟਰ, ਇਹਨਾਂ ਸ਼ਬਦਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਤਾਂ ਸ਼ਬਦ ਹੁੰਦੇ ਹਨ ਪਰ ਖੇਤਰੀ ਭਾਸ਼ਾ ਵਿੱਚ ਸ਼ਬਦ ਨਹੀਂ ਹੁੰਦੇ। ਠੀਕ ਅਸੀਂ ਕਈ ਸ਼ਬਦ ਜਿਵੇਂ ਮੋਬਾਈਲ, ਟਰੈਕਟਰ, ਕੀਬੋਰਡ, ਮਾਊਸ, ਇਸੇ ਤਰ੍ਹਾਂ ਦੇ ਸ਼ਬਦ ਜਿਹੜੇ ਪੰਜਾਬੀ ਵਿੱਚ ਸਿੱਧੇ ਅਪਣਾ ਲਏ ਹਨ ਅਤੇ ਪੰਜਾਬੀ ਭਾਸ਼ਾ ਉੱਪਰ ਦੇਸੀ ਅਤੇ ਵਿਦੇਸ਼ੀ ਕਿਸਮ ਦੀਆਂ ਅਨੇਕ ਪ੍ਰਭਾਵ ਪਏ, ਜਿਨ੍ਹਾਂ ਦਾ ਵੇਰਵਾ ਹੁਣ ਅਸੀਂ ਕਰਾਂਗੇ, ਜਿਨ੍ਹਾਂ ਬਾਰੇ ਅਸੀਂ ਜਾਣਾਂਗੇ। ਪੰਜਾਬੀ ਭਾਸ਼ਾ ਦੀ ਜਿਹੜੀ ਮੁੱਢ ਭਾਸ਼ਾ ਹੈ ਉਹ ਸੰਸਕ੍ਰਿਤ ਹੈ ਅਤੇ ਆਧੁਨਿਕ ਸਮੇਂ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਹੈ ਜਿਹਦਾ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਨੇੜੇ ਦਾ ਸੰਬੰਧ ਹੈ। ਅਸੀਂ ਸੰਸਕ੍ਰਿਤ ਤੋਂ ਕਈ ਸ਼ਬਦ ਸਿੱਧੇ
ਤਤਸਮ ਰਾਹੀਂ, ਅਸਿੱਧੇ ਤਦਭਵ ਰਾਹੀਂ ਇਸਤੇਮਾਲ ਪੰਜਾਬੀ ਵਿੱਚ ਕਰਦੇ ਹਾਂ। ਬੜੀ ਹੈਰਾਨੀ ਦੀ ਗੱਲ ਹੋਵੇਗੀ ਕਿ ਸੰਸਕ੍ਰਿਤ ਸ਼ਬਦਾਵਲੀ ਨੂੰ ਜਿਹੜੇ ਨਿਯਮ ਲੱਗਦੇ ਹਨ ਉਹਨਾਂ ਨੂੰ ਚੇਤੇ ਕਰ ਲੈਣ ਨਾਲ ਅਸੀਂ ਠੇਠ ਪੰਜਾਬੀ ਵਿੱਚ ਤਬਦੀਲ ਕਰ ਸਕਦੇ ਹਾਂ। ਮਿਸਾਲ ਵਜੋਂ ਸਾਡੇ ਕੋਲ ਸ਼ਬਦ ਨੇ ਵੇਲਾ, ਮਨ ਮੋਹ, ਵਾਟ, ਚਿੱਤਾ। ਇਹ ਸਾਰੇ ਸ਼ਬਦ ਬਿਨਾਂ ਬਦਲੇ ਯਾਨੀ ਕਿ ਤਤਸਮ ਰੂਪ ਵਿੱਚ ਹੀ ਅਪਣਾਏ ਗਏ ਹਨ ਅਤੇ ਬਦਲੇ ਹੋਏ ਤਦਭਵ ਰੂਪਾਂ ਰਾਹੀਂ ਅਸੀਂ ਚੰਦਰ ਤੋਂ ਚੰਦ, ਸੂਰਯ ਤੋਂ ਸੂਰਜ, ਸੱਪ ਤੋਂ ਸੱਤ, ਅਗਨ ਤੋਂ ਅੱਗ, ਹਸਤ ਤੋਂ ਹੱਥ ਸ਼ਬਦ ਅਪਣਾ ਲਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਤਦਭਵ ਸ਼ਬਦਾਂ ਦੇ ਰੂਪ ਕੋਈ ਬੇਅਸੂਲੀ ਨਾਲ ਨਹੀਂ, ਸਗੋਂ ਅਸੂਲਾਂ ਨਾਲ, ਨਿਸ਼ਚਿਤ ਨਿਯਮਾਂ ਦੇ ਅਧੀਨ ਸੰਸਕ੍ਰਿਤ ਤੋਂ ਪੰਜਾਬੀ ਵਿੱਚ ਆਏ ਹਨ। ਅਸੀਂ ਉਦਾਹਰਣ ਲਈਏ ਤਾਂ ਪਹਿਲਾ ਨਿਯਮ ਇਹ ਹੈ ਕਿ ਜਿੱਥੇ ਸੰਸਕ੍ਰਿਤ ਦਾ ਸ਼ਸ਼ਾ ਯਾਨੀ ਕਿ ਆਪਣੇ ਪੰਜਾਬੀ 'ਚ ਜਿਹੜਾ ਆਪਾਂ ਸੱਸੇ ਪੈਰ ਬਿੰਦੀ ਲਾ ਕੇ ਬੋਲਦੇ ਹਾਂ ਸ਼ਸ਼ਾ ਆਉਂਦਾ ਹੈ, ਉੱਥੇ ਉਹ ਸ਼ਬਦ ਪੰਜਾਬੀ ਵਿੱਚ ਬਦਲ ਕੇ ਉਹਦਾ ਰੂਪ ਸੱਸਾ ਹੋ ਜਾਂਦਾ ਹੈ। ਅਤੇ ਇਹ ਵਰਨ ਮਾਫ਼ ਕਰਨਾ, ਸ਼ਸ਼ਾ ਵਰਨ ਆਉਂਦਾ ਹੈ, ਉੱਥੇ ਬਦਲ ਕੇ ਸੱਸਾ ਵਰਨ ਹੋ ਜਾਂਦਾ ਹੈ। ਅਤੇ ਦੇਖੋ ਜਿਵੇਂ ਸ਼ਬਦ ਹੈ ਕੇਸ਼, ਪੰਜਾਬੀ ਵਿੱਚ ਕੇਸ, ਸੰਸਕ੍ਰਿਤ ਵਿੱਚ ਵੇਸ਼, ਪੰਜਾਬੀ ਵਿੱਚ ਵੇਸ, ਵਸ਼, ਵਸ। ਉਸੇ ਤਰ੍ਹਾਂ ਜਿਹੜਾ ਦੂਜਾ ਨਿਯਮ ਹੈ ਉਸ ਦੇ ਅਧੀਨ ਪੰਜਾਬੀ ਵਰਨਮਾਲਾ ਦੇ ਜਿਹੜਾ ਪਹਿਲਾ ਅੱਖਰ ਕੱਕਾ, ਚੱਚਾ, ਟੈਂਕਾ, ਤੱਤਾ, ਪੱਪਾ ਆਵੇ, ਉੱਥੇ ਪੰਜਾਬੀ ਦਾ ਤੀਜਾ ਅੱਖਰ ਗੱਗਾ, ਜੱਜਾ, ਡੱਡਾ, ਦੱਦਾ ਅਤੇ ਯਈਆ ਇਸਤੇਮਾਲ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਸੰਸਕ੍ਰਿਤ ਵਿੱਚ ਅੰਕ ਸ਼ਬਦ ਆਉਂਦਾ ਹੈ ਅਤੇ ਪੰਜਾਬੀ ਵਿੱਚ ਬਦਲ ਕੇ ਅੰਗ ਹੋ ਗਿਆ, ਯਾਨੀ ਕਿ ਕੱਕਾ ਪਹਿਲਾ ਸ਼ਬਦ ਆਇਆ ਹੈ ਅਤੇ ਤੀਸਰਾ ਖੱਖਾ ਛੱਡ ਕੇ ਤੀਸਰਾ ਸ਼ਬਦ ਗੱਗਾ ਪੰਜਾਬੀ ਵਿੱਚ ਲੱਗ ਕੇ ਅੰਕ ਦਾ ਅੰਗ ਹੋ ਗਿਆ ਹੈ, ਦੰਤ ਦਾ ਦੰਦ ਹੋ ਗਿਆ ਹੈ, ਕੀਟ ਦਾ ਕੀੜਾ, ਪੰਚਾਪ ਦਾ ਪੰਜਾਬ ਹੋ ਗਿਆ ਹੈ। ਦੂਜਾ ਮਹੱਤਵਪੂਰਨ ਨਿਯਮ ਇਹ ਹੈ ਕਿ ਸੰਸਕ੍ਰਿਤ ਸ਼ਬਦਾਵਲੀ ਵਿੱਚ ਜਿਹੜੇ ਸ਼ਬਦ ਸਿਹਾਰੀ ਜਾਂ ਔਂਕੜ ਨਾਲ ਬੋਲੇ ਜਾਂਦੇ ਹਨ ਉਹ ਸ਼ਬਦ ਪੰਜਾਬੀ ਵਿੱਚ ਆ ਕੇ ਮੁਕਤਾ ਹੋ ਜਾਂਦੇ ਹਨ। ਜਿਵੇਂ ਸਾਧੂ, ਸਾਧ, ਬੁੱਧੀ, ਬੁੱਧ, ਧਾਤੂ, ਧਾਤ। ਚੌਥਾ ਨਿਯਮ ਇਹ ਹੈ ਕਿ ਸੰਸਕ੍ਰਿਤ ਦੇ ਜਿਹੜੇ ਸ਼ਬਦ ਨੇ ਉਹ ਪੰਜਾਬੀ ਜਦੋਂ ਬਦਲ ਕੇ ਆਉਂਦੇ ਹਨ ਅਤੇ ਪੰਜਾਬੀ ਵਰਨਮਾਲਾ ਦੀ ਹਰ ਪੰਕਤੀ ਦਾ ਪਹਿਲੀ ਪੰਕਤੀ ਛੱਡ ਦਈਏ ਤਾਂ ਉਸ ਦਾ ਦੂਜਾ ਅੱਖਰ, ਜਿਵੇਂ ਕੱਕਾ ਛੱਡ ਕੇ ਖੱਖਾ, ਚੱਚਾ ਛੱਡ ਕੇ ਛੱਛਾ, ਉਵੇਂ ਠੱਠਾ, ਥੱਥਾ, ਅਤੇ ਚੌਥਾ ਅੱਖਰ ਯਾਨੀ ਕਿ ਘੱਗਾ, ਢੱਡਾ, ਤੱਦਾ, ਪੱਬਾ, ਉਹ ਆਪਣਾ ਰੂਪ ਬਦਲ ਕੇ ਹਾਹਾ ਵਿੱਚ ਬਦਲ ਲੈਂਦੇ ਹਨ। ਜਿਵੇਂ ਸੰਸਕ੍ਰਿਤ ਵਿੱਚ ਮੁੱਖ, ਪੰਜਾਬੀ ਵਿੱਚ ਮੂੰਹ, ਸੰਸਕ੍ਰਿਤ ਵਿੱਚ ਨੱਖ ਅਤੇ ਪੰਜਾਬੀ ਵਿੱਚ ਨੂੰਹ। ਇਸ ਤਰ੍ਹਾਂ ਜਿਹੜੀ ਨਿਯਮਾਵਲੀ ਉਹ ਕੰਮ ਕਰਦੀ ਹੈ। ਪੰਜਾਬੀ ਦੀ ਵਾਕ ਬਣਤਰ ਉੱਤੇ ਵੀ ਸੰਸਕ੍ਰਿਤ ਦਾ ਸਿੱਧਾ ਪ੍ਰਭਾਵ ਹੈ। ਮਿਸਾਲ ਵਜੋਂ ਹਿੰਦੀ ਵਿੱਚ ਵਾਕ ਹੈ ਮੈਨੇ ਨਹੀਂ ਕੀਆ, ਪੰਜਾਬੀ ਵਿੱਚ ਹੈ ਮੈਂ ਨਹੀਂ ਕੀਤਾ, ਅਤੇ ਸੰਸਕ੍ਰਿਤ ਵਿੱਚ ਮਯਾ ਨ ਕ੍ਰਿਤਮ। ਹਿੰਦੀ ਵਿੱਚ ਮੈਂ ਦੇ ਬਾਅਦ ਨੇ ਆਇਆ ਹੈ, ਪੰਜਾਬੀ ਵਿੱਚ ਨਹੀਂ ਆਇਆ ਹੈ, ਅਤੇ ਇਹ ਸੰਸਕ੍ਰਿਤ ਦਾ ਸਿੱਧਾ ਪ੍ਰਭਾਵ ਹੈ। ਹਿੰਦੀ ਵੀ ਪੰਜਾਬੀ ਵਾਂਗ ਭਾਰਤੀ ਆਰੀਆ ਭਾਸ਼ਾ ਹੈ। ਹਿੰਦੀ ਅਤੇ ਪੰਜਾਬੀ ਇੱਕੋ ਪਰਿਵਾਰ ਦੀਆਂ ਦੋਵੇਂ ਭਾਸ਼ਾਵਾਂ ਹਨ ਅਤੇ ਹਿੰਦੀ ਦਾ ਪ੍ਰਭਾਵ ਪੰਜਾਬੀ ਉੱਪਰ ਦੋ ਰਾਹੀਂ ਪਿਆ ਹੈ। ਪਹਿਲਾ ਉਰਦੂ ਰਾਹੀਂ ਅਤੇ ਦੂਜਾ ਮੱਧ ਕਾਲ ਦੇ ਵਿੱਚ ਭਗਤੀ ਲਹਿਰ ਰਾਹੀਂ
ਅਸੀਂ ਇਹਨਾਂ ਧਾਰਮਿਕ ਅਤੇ ਅਧਿਆਤਮਕ ਮਸਲਿਆਂ ਰਾਹੀਂ ਪੰਜਾਬੀ ਨੇ ਹਿੰਦੀ ਤੋਂ ਤਦਭਵ ਸ਼ਬਦ ਜਿਹੜੇ ਲਏ ਹਨ, ਜਿਵੇਂ ਕਰਮ, ਧਰਮ, ਜਨਮ, ਜਾਪ, ਇਸ਼ਨਾਨ, ਉਸਤਤ ਤੇ ਪੁਰਖ ਆਦਿ ਇਸ ਸ਼੍ਰੇਣੀ ਦੇ ਸ਼ਬਦ ਹਨ। ਉਰਦੂ ਸਰਕਾਰੀ ਭਾਸ਼ਾ ਰਹੀ ਹੈ ਅਤੇ ਉਸ ਦੇ ਵਿਗੜੇ ਹੋਏ ਜਾਂ ਅਪਭ੍ਰੰਸ਼ ਹੋਏ ਸ਼ਬਦ ਵੀ ਪੰਜਾਬੀ ਉੱਪਰ ਪ੍ਰਭਾਵ ਪਾਉਂਦੇ ਰਹੇ ਹਨ। ਹਿੰਦੀ ਰਾਸ਼ਟਰ ਭਾਸ਼ਾ ਹੋਣ ਕਰਕੇ ਇਸ ਦਾ ਵੀ ਵਧੇਰੇ ਪ੍ਰਭਾਵ ਪੰਜਾਬੀ ਉੱਤੇ ਹੈ। ਸੰਸਕ੍ਰਿਤ ਦੇ ਮੂਲ ਸ਼ਬਦ ਬਹੁਤ ਸਾਰੇ ਹਿੰਦੀ ਰਾਹੀਂ ਪੰਜਾਬੀ ਵਿੱਚ ਆਏ ਹਨ, ਜਿਵੇਂ ਵਿਧਾਨ ਸਭਾ, ਵਿਧਾਨ, ਧਾਰਾ, ਲੋਕ ਸਭਾ, ਰਾਜ ਸਭਾ, ਰਾਜ ਪ੍ਰਮੁੱਖ, ਪ੍ਰਦੇਸ਼, ਪ੍ਰਧਾਨ ਮੰਤਰੀ, ਰਾਸ਼ਟਰਪਤੀ ਆਦਿ ਇਹ ਤਤਸਮ ਸ਼ਬਦ ਹਨ। ਹੁਣ ਇੱਕ ਮਸਲਾ ਜਿਹੜਾ ਹੈ ਸਾਡੇ ਪੰਜਾਬੀਆਂ ਲਈ ਕਿ ਅਸੀਂ ਪੰਜਾਬੀ ਦੇ ਜਿਹੜੇ ਮੂਲ ਸ਼ਬਦ ਨੇ ਉਹਨਾਂ ਨੂੰ ਲੁਪਤ ਕਰ ਰਹੇ ਹਾਂ, ਜਿਵੇਂ ਕਿ ਤਾਪ ਦੀ ਥਾਂ ਅਸੀਂ ਬੁਖਾਰ, ਢਿੱਡ ਦੀ ਥਾਂ ਪੇਟ, ਪੀੜ ਦੀ ਥਾਂ ਦਰਦ, ਤੱਤਾ ਦੀ ਥਾਂ ਗਰਮ ਅਤੇ ਤੀਵੀਂ ਦੀ ਥਾਂ ਔਰਤ ਸ਼ਬਦ ਦਾ ਪ੍ਰਯੋਗ ਕਰ ਰਹੇ ਹਾਂ। ਇਹ ਜਿਹੜੇ ਸ਼ਬਦ ਨੇ ਹਿੰਦੀ ਦੇ ਸ਼ਬਦ ਨੇ ਅਤੇ ਅਸੀਂ ਇਹਨਾਂ ਦਾ ਪੰਜਾਬੀ ਵਿੱਚ ਪ੍ਰਯੋਗ ਮੂਲ ਸ਼ਬਦਾਂ ਦਾ ਘਟਾ ਕੇ ਹਿੰਦੀ ਦੇ ਸ਼ਬਦਾਂ ਦਾ ਵੱਧ ਕਰ ਰਹੇ ਹਾਂ। ਅਗਲੀ ਭਾਸ਼ਾ ਫਾਰਸੀ ਹੈ। ਫਾਰਸੀ ਦਾ ਬਹੁਤ ਵੱਡਾ ਪ੍ਰਭਾਵ ਸਾਡੇ ਪੰਜਾਬੀ ਭਾਸ਼ਾ 'ਤੇ, ਪੰਜਾਬੀ ਸੱਭਿਆਚਾਰ 'ਤੇ ਪੰਜਾਬੀ ਸਾਹਿਤ ਉੱਤੇ ਪਿਆ ਹੈ। ਇਸ ਤੋਂ ਕੋਈ ਮਨਾਹੀ ਨਹੀਂ ਹੈ। ਇਸਲਾਮ ਧਰਮ ਦੇ ਨਾਲ ਅਰਬੀ ਅਤੇ ਫਾਰਸੀ ਦੋਵੇਂ ਭਾਸ਼ਾਵਾਂ ਪੰਜਾਬ ਵਿੱਚ ਆਈਆਂ। ਅਰਬੀ ਇਸਲਾਮ ਧਰਮ ਦੀ ਧਾਰਮਿਕ ਭਾਸ਼ਾ ਸੀ ਅਤੇ ਫਾਰਸੀ ਰਾਜਨੀਤਿਕ ਭਾਸ਼ਾ। ਰਾਜਿਆਂ ਦੀਆਂ ਭਾਸ਼ਾ ਹੋਣ ਕਰਕੇ ਆਮ ਜਨਤਾ 'ਤੇ ਅਤੇ ਆਮ ਬੋਲੀ 'ਤੇ ਇਸ ਦਾ ਪ੍ਰਭਾਵ ਪੈਣਾ ਵਾਜਬ ਹੀ ਸੀ। ਇੱਥੋਂ ਤੱਕ ਕਿ ਪੰਜਾਬੀ ਸ਼ਬਦ ਅਤੇ ਪੰਜਾਬ ਸ਼ਬਦ ਜਿਹੜਾ ਹੈ ਇਹ ਫਾਰਸੀ ਸਦਕਾ ਹੀ ਪੰਜਾਬੀ ਵਿੱਚ ਆਏ ਹਨ। ਫਾਰਸੀ ਦੇ ਪ੍ਰਭਾਵ ਤੋਂ ਪਹਿਲਾਂ ਪੰਜਾਬ ਨੂੰ ਪੰਜ ਨੰਦ ਕਿਹਾ ਜਾਂਦਾ ਸੀ, ਯਾਨੀ ਕਿ 5 ਨਦੀਆਂ ਦਾ ਪ੍ਰਦੇਸ਼। ਪਰ ਫਾਰਸੀ ਵਿੱਚ 5 ਜਮਾ ਆਬ ਯਾਨੀ ਕਿ ਪੰਜਾਬ, ਆਬ ਪਾਣੀ ਨੂੰ ਕਿਹਾ ਜਾਂਦਾ ਹੈ, ਯਾਨੀ ਕਿ 5 ਦਰਿਆਵਾਂ ਦੀ ਧਰਤੀ। ਅਤੇ ਸਾਨੂੰ ਇੱਥੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਫਾਰਸੀ ਦਾ ਪੰਜਾਬੀ 'ਤੇ ਬਹੁਤ ਵੱਡਾ ਪ੍ਰਭਾਵ ਹੈ। ਇੱਥੇ ਹੀ ਬਸ ਨਹੀਂ, ਫਾਰਸੀ ਦੇ ਕਈ ਕਿੱਸੇ ਸ਼੍ਰੀ ਫਰਹਾਦ, ਲੈਲਾ ਮਜਨੂ ਜਿਹੇ ਪੰਜਾਬੀ ਵਿੱਚ ਅਸਿੱਧੇ ਤੌਰ 'ਤੇ ਆਏ, ਉਹਨਾਂ ਦੀਆਂ ਰਚਨਾਵਾਂ ਹੋਈਆਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਦੇਖ ਕੇ ਪੰਜਾਬੀ ਦੇ ਕਿੱਸੇ ਹੀਰ ਰਾਂਝਾ, ਸੋਹਣੀ ਮਹੀਵਾਲ ਜਿਵੇਂ ਲਿਖੇ ਗਏ। ਫਾਰਸੀ ਦਾ ਪ੍ਰਭਾਵ ਸੂਫੀ ਅਤੇ ਕਿੱਸਾਕਾਰ ਦੁਆਰਾ ਪੰਜਾਬੀ ਉੱਤੇ ਪੈਂਦਾ ਹੈ ਅਤੇ ਇਸ਼ਕ ਮਜਾਜੀ ਅਤੇ ਇਸ਼ਕ ਹਕੀਕੀ ਦਾ ਸੰਕਲਪ ਵੀ ਫਾਰਸੀ ਤੋਂ ਹੀ ਪੰਜਾਬੀ ਵਿੱਚ ਆਇਆ ਹੈ। ਇਹਨਾਂ ਗੱਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਫਾਰਸੀ ਦਾ ਬਹੁਤ ਜ਼ਿਆਦਾ ਪ੍ਰਭਾਵ ਪੰਜਾਬੀ ਨੇ ਕਬੂਲਿਆ ਹੈ। ਅਤੇ ਇੱਥੇ ਹੀ ਬਸ ਨਹੀਂ ਹੁੰਦੀ, ਫਾਰਸੀ ਦੇ ਕਈ ਕਾਵਿ ਰੂਪ ਜਿਵੇਂ ਸਹਿ ਹਰਫੀ, ਨਾਇਤਾਂ, ਮਿਰਾਜਨਾਮਾ, ਜੰਗਨਾਮਾ, ਇਹ ਸਭ ਫਾਰਸੀ ਰਾਹੀਂ ਹੀ ਪੰਜਾਬੀ ਵਿੱਚ ਆਏ ਅਤੇ ਇਹਨਾਂ ਨੇ ਪੰਜਾਬੀ ਸਾਹਿਤ 'ਤੇ ਵੀ ਬਹੁਤ ਪ੍ਰਭਾਵ ਪਾਇਆ। ਇੱਥੋਂ ਤੱਕ ਕਿ ਸਿੱਖ ਰਾਜ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਦੋਂ ਜਿਹੜੀ ਰਾਜ ਭਾਸ਼ਾ ਸੀ ਉਹ ਫਾਰਸੀ ਹੁੰਦੀ ਸੀ। ਉਸ ਤੋਂ ਬਾਅਦ ਅੰਗਰੇਜ਼ੀ ਰਾਜ ਸਥਾਪਿਤ ਹੋਇਆ ਅਤੇ ਅੰਗਰੇਜ਼ੀ ਰਾਜ ਵਿੱਚ ਉਰਦੂ ਦਾ ਪ੍ਰਭਾਵ ਵਧੇਰੇ ਪੰਜਾਬੀ ਉੱਤੇ ਪਿਆ, ਕਿਉਂਕਿ ਰਾਜ ਭਾਸ਼ਾ ਦੇ ਤੌਰ 'ਤੇ ਉਰਦੂ ਨੂੰ ਹੀ ਅੰਗਰੇਜ਼ਾਂ ਨੇ ਰੱਖਿਆ ਕਾਫੀ ਸਮੇਂ ਤੱਕ ਅਤੇ ਉਰਦੂ ਦੀ ਸ਼ਬਦਾਵਲੀ, ਸਾਡੇ ਸਾਜ਼, ਸਾਡਾ ਪਹਿਰਾਵਾ ਅਤੇ ਹੋਰ ਪ੍ਰਬੰਧਾਂ ਉੱਪਰ
ਕਾਫੀ ਉਰਦੂ ਦਾ ਪ੍ਰਭਾਵ ਪੰਜਾਬੀ ਉੱਤੇ ਪਿਆ, ਪੰਜਾਬ ਉੱਤੇ ਪਿਆ, ਪੰਜਾਬੀ ਸੱਭਿਆਚਾਰ ਉੱਤੇ ਪਿਆ, ਪੰਜਾਬੀਅਤ ਉੱਤੇ ਪਿਆ। ਇਹ ਸ਼ਬਦ ਜਿਹੜੇ ਹਨ, ਮਿਸਾਲ ਵਜੋਂ ਅਰਜੀ ਨਵੀਸ, ਵਸੀਕਾ ਨਵੀਸ, ਮੁਕੱਦਮ, ਫੌਜਦਾਰੀ, ਦੀਵਾਨੀ ਆਦਿ ਸ਼ਬਦ, ਅਤੇ ਸਾਡੇ ਰਿਸ਼ਤੇ ਨਾਤਿਆਂ ਵਿੱਚ ਤ੍ਰੀਮਤ, ਖਾਵੰਦ, ਬਾਲਦ, ਸਕਨਾ, ਪਰਗਨਾ ਆਦਿ, ਅਤੇ ਸਾਡੇ ਪਹਿਰਾਵੇ ਉੱਤੇ ਕਮੀਜ਼, ਸਲਵਾਰ, ਪਜਾਮਾ, ਅਤੇ ਸਾਡੇ ਸਾਜ਼ਾਂ ਉੱਤੇ ਅਲਗੋਜੇ। ਇਹੋ ਜਿਹੇ ਸ਼ਬਦ ਜਿਹੜੇ ਅਗੇਤਰ, ਪਿਛੇਤਰ, ਬੇਲਿਹਾਜ਼, ਬੇਇੱਜ਼ਤ, ਬੇਪਨਾਹ, ਖਾਨਾ, ਦੌਲਤਖਾਨਾ, ਮੁਰਗੀਖਾਨਾ, ਡਾਕਖਾਨਾ, ਪਾਗਲਖਾਨਾ, ਦਵਾਖਾਨਾ। ਕੁੱਲ ਮਿਲਾ ਕੇ ਕਹੀਏ ਤਾਂ ਉਰਦੂ ਨੇ ਪੰਜਾਬੀ ਭਾਸ਼ਾ ਨੂੰ ਜ਼ਬਾਨ ਦੇ ਕੇ ਇੱਕ ਸਲੀਕਾ ਪ੍ਰਦਾਨ ਕੀਤਾ ਹੈ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਉਰਦੂ ਦੁਨੀਆ ਦੀ ਸਭ ਤੋਂ ਮਿੱਠੀ ਭਾਸ਼ਾ ਅਤੇ ਸਲੀਕੇ ਵਾਲੀ ਭਾਸ਼ਾ ਹੈ। ਵਿਦੇਸ਼ੀ ਭਾਸ਼ਾ ਅੰਗਰੇਜ਼ੀ। ਅੰਗਰੇਜ਼ੀ ਦਾ ਪ੍ਰਭਾਵ ਵੀ ਬਹੁਤ ਹੱਦ ਤੱਕ ਪੰਜਾਬੀ ਉੱਤੇ ਪਿਆ। ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਪ੍ਰਿੰਸੀਪਲ ਸੇਖੋਂ ਦਾ ਕਹਿਣਾ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਭਾਵੇਂ ਜਨਮ ਤੋਂ ਅੰਗਰੇਜ਼ੀ ਨਹੀਂ, ਪਰ ਪਲਿਆ ਤੇ ਵਧਿਆ ਫੁੱਲਿਆ ਉਹ ਅੰਗਰੇਜ਼ੀ ਚੁੰਘਾਵੀਂ ਮਾਂ ਦਾ ਦੁੱਧ ਚੌਂਕੇ ਹੈ। ਅਤੇ ਜਿੰਨਾ ਪ੍ਰਭਾਵ ਫਾਰਸੀ ਸਾਹਿਤ ਨੇ ਪੰਜਾਬੀ ਸਾਹਿਤ ਉੱਤੇ 1000 ਵਰ੍ਹੇ ਵਿੱਚ ਪਾਇਆ ਹੋਵੇਗਾ, ਉਸ ਨਾਲੋਂ ਕਿਤੇ ਵੱਧ ਪ੍ਰਭਾਵ ਅੰਗਰੇਜ਼ੀ ਨੇ 100 ਵਰ੍ਹਿਆਂ ਵਿੱਚ ਹੀ ਪਾ ਦਿੱਤਾ। ਸੱਚ ਤਾਂ ਇਹ ਹੈ ਕਿ ਪੰਜਾਬੀ ਨੇ ਅੰਗਰੇਜ਼ੀ ਭਾਸ਼ਾ ਕੋਲੋਂ ਬਹੁਤ ਕੁਝ ਗ੍ਰਹਿਣ ਕੀਤਾ ਅਤੇ ਹਾਲੇ ਕਰ ਰਹੀ ਹੈ। ਪੰਜਾਬੀ ਵਿੱਚ ਛੋਟੀ ਕਵਿਤਾ ਦਾ ਜਨਮ, ਅੰਗਰੇਜ਼ੀ ਦਾ ਪ੍ਰਭਾਵ, ਆਧੁਨਿਕ ਪੰਜਾਬੀ ਗੱਦ ਅੰਗਰੇਜ਼ੀ ਪ੍ਰਭਾਵ ਅਧੀਨ, ਜਦੋਂ ਕਿ ਨਾਵਲ ਅਤੇ ਕਹਾਣੀ ਤਾਂ ਪੂਰੀ ਤਰ੍ਹਾਂ ਪੱਛਮ ਦੀ ਹੀ ਦੇਣ ਮੰਨੇ ਜਾਂਦੇ ਹਨ। ਇੱਥੋਂ ਤੱਕ ਕਿ ਪੰਜਾਬੀ ਨਾਟਕ ਦਾ ਮੋਢੀ IC ਨੰਦਾ ਅੰਗਰੇਜ਼ੀ ਦਾ ਪ੍ਰੋਫੈਸਰ ਸੀ ਅਤੇ ਉਸ ਨੇ ਅੰਗਰੇਜ਼ੀ ਦੇ ਨਾਟਕਾਂ ਵਿੱਚ ਹੀ ਪਹਿਲਾਂ ਅਦਾਕਾਰੀ ਸਿੱਖੀ ਅਤੇ ਫਿਰ ਪੰਜਾਬੀ ਨੂੰ ਨਾਟਕ ਦਿੱਤੇ ਅਤੇ ਨਾਟਕ ਖਿਡਾਏ। ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਹੀ ਨੰਦੇ ਨੇ ਨਾਟਕ ਰਚਨਾ ਕਰਨੀ ਸ਼ੁਰੂ ਕੀਤੀ ਸੀ। ਪੰਜਾਬੀ ਸ਼ਬਦਾਵਲੀ, ਤਕਨੀਕੀ ਕਲਾ, ਕੌਸ਼ਲਤਾ, ਸ਼ਬਦ ਜੋੜ ਆਦਿ ਅੰਗਰੇਜ਼ੀ ਭਾਸ਼ਾ ਦੀ ਹੀ ਦੇਣ ਹੈ। ਖਾਣ ਪੀਣ ਨੂੰ ਲੰਚ, ਡਿਨਰ, ਬ੍ਰੇਕਫਾਸਟ, ਪਹਿਰਾਵਾ, ਟੀ-ਸ਼ਰਟ, ਬੂ-ਸ਼ਰਟ, ਓਪਨ ਸ਼ਰਟ, ਪੈਂਟ, ਰਾਜ ਪ੍ਰਬੰਧ, PM, CM, MP, MLA, ਡਾਕਟਰ, ਪ੍ਰੋਫੈਸਰ, ਕਾਲਜ, ਯੂਨੀਵਰਸਿਟੀ, ਸਕੂਲ, ਡਰਾਇੰਗ ਰੂਮ, ਕਿਚਨ, ਬੈੱਡ, ਰੂਮ, ਅੰਕਲ ਆਂਟੀ, ਕਿਤੇ ਵੀ ਗੁਜ਼ਾਰਾ ਨਹੀਂ ਅੰਗਰੇਜ਼ੀ ਤੋਂ ਬਿਨਾਂ। ਆਧੁਨਿਕ ਸੰਚਾਰ ਸਾਧਨਾਂ ਵਿੱਚ ਤਾਂ ਅੰਗਰੇਜ਼ੀ ਸੱਭਿਆਚਾਰ ਨੇ ਸੱਚਮੁੱਚ ਕ੍ਰਾਂਤੀਕਾਰੀ ਪ੍ਰਭਾਵ ਪਾਏ ਹਨ। ਅੰਤ ਵਿੱਚ ਸਿੱਟੇ ਵਜੋਂ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਉੱਪਰ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਹੀ ਵੱਡੇ ਪੱਧਰ 'ਤੇ ਪਿਆ। ਅਤੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਅਸੀਂ ਸ਼ਬਦ ਬੋਲਦੇ ਹਾਂ, ਜੋ ਪਹਿਰਾਵਾ ਪਾਉਂਦੇ ਹਾਂ, ਇਹ ਸਭ ਕੁਝ ਸਾਡਾ ਆਪਣਾ ਹੀ ਹੈ। ਪਰ ਸੱਚ ਵਾਲੀ ਗੱਲ ਤਾਂ ਇਹ ਹੈ, ਜਿਸ ਨੂੰ ਮੰਨਣ ਤੋਂ ਵੀ ਅਸੀਂ ਮਨਫੀ ਹੋਵਾਂਗੇ, ਪਰ ਜਿਸ ਤਰ੍ਹਾਂ ਭਾਰਤ ਦਾ ਸੰਵਿਧਾਨ ਇੱਕ ਉਧਾਰ ਦਾ ਥੈਲਾ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਪੰਜਾਬੀਆਂ ਦੀ ਮੜਕ, ਪੰਜਾਬੀਆਂ ਦਾ ਸੱਭਿਆਚਾਰ, ਪੰਜਾਬੀਆਂ ਦਾ ਖਾਣਾ ਪੀਣਾ, ਪੰਜਾਬੀਆਂ ਦੀ ਭਾਸ਼ਾ ਦੀ ਸ਼ਬਦਾਵਲੀ ਅਤੇ ਆਦਿ ਕਾਫੀ ਕੁਛ ਵੀ ਅਸੀਂ ਦੂਸਰੇ ਸੱਭਿਆਚਾਰਾਂ ਤੋਂ, ਦੂਸਰੀਆਂ ਭਾਸ਼ਾਵਾਂ ਤੋਂ, ਦੂਸਰੀਆਂ ਧਰਮਾਂ ਤੋਂ, ਜਾਤਾਂ ਤੋਂ ਲਏ ਹਨ। ਇਸ ਕਰਕੇ ਕਾਫੀ ਹੱਦ ਤੱਕ ਪੰਜਾਬੀ ਸੱਭਿਆਚਾਰ ਵੀ ਉਧਾਰ ਦਾ ਥੈਲਾ ਹੀ ਹੈ।